ਮਹਿਰੂਮ ਪ੍ਰੋਫੈਸਰ ਬਲਵਿੰਦਰ ਕੌਰ ਜੀ ਦੀ ਦੇਹ ਵੀ ਪਈ ਹੈ ਔਰ ਸਵੇਰ ਦੇ ਕੋਈ 3:30 ਹੋ ਗਏ ਆ ਜੀ 26 ਤਰੀਕ ਨੂੰ। ਕੁਝ ਗੱਲਾਂ ਸੀਗੀਆਂ ਕਿਉਂਕਿ ਇੱਥੋਂ ਬੜੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਚਰਚਾਵਾਂ ਕੀ ਅਸਲੀਅਤ ਦੀ ਗੱਲ ਹੈ ਕਿ ਇੱਥੇ ਆਈਜੀ ਸਾਹਿਬ, ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਆਏ ਜੋ ਪਿਛਲੇ ਥਾਣੇ ਦੇ 21 ਤਰੀਕ ਦੀ 23 ਤਰੀਕ ਦੀ ਰਾਤ ਨੂੰ ਜੋ ਥਾਣੇ ਧਰਨਾ ਲੱਗਿਆ ਸੀਗਾ ਕਿ ਸਾਨੂੰ ਡੀਡੀਆਰ 'ਚ ਜੋ ਸੁਸਾਈਡ ਨੋਟ 'ਚ ਲਿਖਿਆ ਔਰ ਉਹ ਸੁਸਾਈਡ ਨੋਟ 'ਚ ਜੋ ਅਖੀਰਲੇ ਲਫ਼ਜ਼ ਸਨ ਪ੍ਰੋਫੈਸਰ ਬਲਵਿੰਦਰ ਕੌਰ ਦੇ, ਮੈਂ ਉਹ ਕਈ ਵਾਰੀ ਪੜ੍ਹਤੇ ਆ ਕਿ ਜਿੱਥੇ ਉਹਨੇ 1158 ਦੀ ਗੱਲ ਕੀਤੀ ਆਪਦੇ ਸਾਥੀਆਂ ਦੀ, ਉਹਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ, ਉੱਥੇ ਉਹਨੇ ਇਹ ਗੱਲ ਤੇ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, 4 ਵਾਰੀ ਇਹ ਗੱਲ ਦਾ ਜ਼ਿਕਰ ਕੀਤਾ ਕਿ ਮੇਰੀ ਮੌਤ ਦਾ ਕਾਰਨ ਹਰਜੋਤ ਸਿੰਘ ਬੈਂਸ ਹੈ। ਹੁਣ ਉਹ ਦੋਵੇਂ ਗੱਲਾਂ ਤੇ ਪਰਿਵਾਰ ਸੀਗਾ ਕਿ ਭਾਈ ਤੁਸੀਂ ਘਰ ਵਾਲੇ ਤੇ ਪਰਚਾ ਦੇ ਦਿੱਤਾ, ਤੁਸੀਂ ਉਹਦੇ ਸਹੁਰੇ ਤੇ ਦੇ ਦਿੱਤਾ। ਸੁਸਾਈਡ ਨੋਟ 'ਚ ਵੈਸੇ ਤਾਂ ਨਾ ਘਰ ਵਾਲੇ ਦਾ ਨਾਮ ਲਿਖਿਆ ਨਾ ਸਹੁਰੇ ਦਾ ਨਾਮ ਲਿਖਿਆ, ਮਗਰ ਕਿਉਂਕਿ ਪਰਿਵਾਰ ਨੂੰ ਵੀ ਨਹੀਂ ਪਤਾ ਸੀ ਕਿ ਕੋਈ ਸੁਸਾਈਡ ਨੋਟ ਹੈ, ਜੋ ਗੱਲ ਉਹਨਾਂ ਨੂੰ ਸਮਝ ਆਈ ਉਹਨਾਂ ਨੇ ਕੀਤੀ। ਬਾਅਦ 'ਚ ਉਹਨਾਂ ਨੂੰ ਜਦ ਦੱਸਿਆ ਗਿਆ ਕਿ ਇੱਕ ਸੁਸਾਈਡ ਨੋਟ ਹੈ ਜੋ ਉਹਨਾਂ ਤੋਂ ਲੁਕੋ ਕੇ ਰੱਖਿਆ ਗਿਆ ਸੀਗਾ, ਉਹਨਾਂ ਨੇ ਫਿਰ ਉਹ ਫੈਕਟ ਆਪ ਦੀ ਇੱਕ ਕੱਲ 23 ਤਰੀਕ ਨੂੰ ਇੱਕ ਆਪ ਦੀ ਪਟੀਸ਼ਨ ਬਣਾਈ, ਐਫੀਡੇਵਿਟ ਦਿੱਤਾ, ਜਿਹਦੇ 'ਚ ਉਹਨਾਂ ਨੇ ਸਪਸ਼ਟ ਤੌਰ ਤੇ ਹਰਦੇਵ ਸਿੰਘ ਨੇ ਤੇ ਹਰਦੀਪ ਸਿੰਘ ਜਿਹੜੇ ਨਾਲ ਬੈਠੇ ਉਹਨਾਂ ਦੇ ਹੋਰ ਰਿਸ਼ਤੇਦਾਰ ਬੈਠੇ, ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਇਸ ਗੱਲ ਦਾ ਇਲਮ ਨਹੀਂ ਸੀ, ਹੁਣ ਸਾਡੇ ਧਿਆਨ 'ਚ ਆ ਗਿਆ ਔਰ ਉਸ 'ਚ ਉਹਨਾਂ ਨੇ ਹਰਜੋਤ ਬੈਂਸ ਦਾ ਜ਼ਿਕਰ ਕੀਤਾ। ਮਗਰ ਅੱਜ ਮੈਂ ਇੱਥੇ ਹਸਪਤਾਲ ਆਉਣਾ ਵੀ ਤਾਂ ਪਿਆ ਕਿਉਂਕਿ ਮੈਂ ਸ਼ੇਅਰ ਕਰ ਦੂੰਗਾ, ਇਹ ਡੀਡੀਆਰ ਦੀ ਕਾਪੀ ਦਿੱਤੀ ਹੈ। ਪੁਲਿਸ ਕਿਸ ਤਰੀਕੇ ਨਾਲ ਚਲਾਕੀ ਵਰਤ ਰਹੀ ਆ, ਕਿਸ ਤਰੀਕੇ ਨਾਲ ਜੋ ਪਰਿਵਾਰ ਨਾਲ ਏਡਾ ਵੱਡਾ ਧੋਖਾ ਹੋਇਆ, ਏਡਾ ਵੱਡਾ ਦੁੱਖ ਵਾਪਰਿਆ, ਇਹਨਾਂ ਨਾਲ ਦੁਖਾਂਤ ਵਾਪਰਿਆ, ਉਹਦੇ ਨਾਲ ਦੁੱਖ ਸਾਂਝਾ ਕਰਨ ਦੀ ਥਾਂ ਇਹਨਾਂ ਨਾਲ ਸਹੀ ਤਰੀਕੇ ਨਾਲ ਨਿਭਣ ਦੀ ਥਾਂ ਇਹਨਾਂ ਨੂੰ ਧੋਖੇ 'ਚ ਰੱਖ ਰਹੇ ਆ। ਬਾਰ-ਬਾਰ ਜ਼ਿਕਰ ਹੋ ਰਿਹਾ ਸੀ ਕਿ ਬਈ ਡੀਡੀਆਰ ਤੁਸੀਂ ਜੇ ਕੱਟਤੀ ਹੈ ਤੇ ਮੈਂ ਡੀਡੀਆਰ ਆ ਤੁਹਾਡੇ ਸਾਹਮਣੇ ਦੱਸ ਰਿਹਾ, ਇਹ 'ਚ ਦੱਸੋ ਜੀ ਹਰਜੋਤ ਸਿੰਘ ਬੈਂਸ ਦਾ ਨਾਮ ਕਿੱਥੇ ਲਿਖਿਆ, ਕਿੱਥੇ ਨਹੀਂ ਲਿਖਿਆ, ਕੀ ਲਿਖਿਆ ਡੀਡੀਆਰ? ਕੁਝ ਨਹੀਂ ਲਿਖਿਆ ਜੀ। ਇਹਨਾਂ ਨੇ ਇਕੱਲੇ ਹੀ 2-3 ਗੱਲਾਂ ਲਿਖਤੀਆਂ। ਕਹੋ ਜੀ ਸਾਡੇ ਕੋਲ ਜੋ ਇਹਨਾਂ ਦਾ ਬਿਆਨ ਹੈ ਇਹਨਾਂ ਦੇ ਬ੍ਰਦਰ ਦਾ ਹਰਦੇਵ ਸਿੰਘ ਦਾ, ਉਹ ਬਿਆਨ ਅਸੀਂ ਰਿਕਾਰਡ ਤੇ ਲਿਆਏ ਆ। ਫਿਰ ਅੱਗੇ ਲਿਖਤਾ ਜੀ ਕਿ ਜਿਹੜਾ ਸੁਸਾਈਡ ਨੋਟ ਹੈ ਉਹ ਵੀ ਸਾਡੇ ਧਿਆਨ 'ਚ ਹੈ, ਉਹ ਸਾਨੂੰ ਪਹਿਲਾਂ ਦੀ ਕਹਿ ਰਹੇ ਆ ਕਿ ਸਾਡੇ ਧਿਆਨ 'ਚ ਹੈ। ਅੱਗੇ ਲਿਖਤਾ ਜੀ ਇਹ ਸਾਰਾ ਕੁਝ ਹੀ ਤਫਤੀਸ਼ ਦਾ ਹਿੱਸਾ ਹੈ, ਮਤਲਬ ਕਿ ਕੱਲ ਤਫਤੀਸ਼ ਕਰਨਗੇ ਤੇ ਤੁਹਾਨੂੰ ਕਹਿ ਦੇਣਗੇ ਨਹੀਂ ਜੀ ਇਹ ਕੁਝ ਨਹੀਂ ਪਾਇਆ ਗਿਆ, ਜਦ ਇਹਦੇ 'ਚ ਤਾਂ ਨਾਂ ਹੀ ਨਹੀਂ ਜੀ ਕਿਸੇ ਹੋਰ ਦਾ ਸਿਵਾਏ ਹਰਜੋਤ ਸਿੰਘ ਬੈਂਸ ਦਾ। ਔਰ ਪਰਿਵਾਰ ਦੀ ਇੱਕੋ ਮੰਗ ਹੈ ਕਿ ਜਿਹੜੀ ਉਹ ਅਖੀਰਲੀ ਗੱਲ ਲਿਖ ਕੇ ਗਈ ਹੈ ਉਹਨੂੰ ਤੁਸੀਂ ਲਿਖ ਦਿਓ, ਉਹਨੂੰ ਕਹਿ ਦਿਓ ਕਿ ਅਸੀਂ ਉਹਨੂੰ ਮੁਜਰਮ ਬਣਾਤਾ। ਅਸੀਂ ਉਹ ਲਿਖਣ 'ਚ ਕਿਉਂ ਡਰਾਮਾ ਰਚਿਆ ਜਾ ਰਿਹਾ, ਕਿਉਂਕਿ ਮਨਸ਼ਾ ਨਹੀਂ, ਮੁੜ ਕੇ ਤਫਤੀਸ਼ ਕਰਕੇ ਕਹਿਤਾ ਜਾਊਗਾ ਕਿ ਤਫਤੀਸ਼ 'ਚ ਇਹ ਸਾਰੀਆਂ ਗੱਲਾਂ ਝੂਠੀਆਂ ਪਾਈਆਂ ਗਈਆਂ, ਫਿਰ ਤੁਸੀਂ ਕੀ ਕਰ ਲਓਗੇ ਜੀ। ਇਸੇ ਲਈ ਅੱਜ ਇੱਥੇ ਅਸੀਂ ਇਕੱਠੇ ਹੋਏ ਆ ਕਿਉਂਕਿ ਪਰਿਵਾਰ ਨੂੰ ਇੱਕ ਹੋਰ ਗੱਲ ਵੀ ਕਹੀ ਗਈ ਜੋ ਇੱਥੇ ਚਰਚਾ ਚੱਲੀ ਹੈ ਕਿ ਪਰਿਵਾਰ ਨੂੰ ਅਫਸਰ ਇਹ ਵਿਸ਼ਵਾਸ ਦਵਾ ਕੇ ਗਏ ਆ ਜੀ ਕਿ ਇੱਕ ਤੁਹਾਨੂੰ ਨੌਕਰੀ ਤੇ ਮੁਆਵਜ਼ਾ। ਵੈਸੇ ਤਾਂ ਮੈਂ ਨਹੀਂ ਸਮਝਦਾ ਕਿ ਇੰਨੀ ਪੜ੍ਹੀ ਲਿਖੀ ਬੇਟੀ ਦਾ ਕੋਈ ਮੁਆਵਜ਼ਾ ਹੁੰਦਾ, ਮਗਰ ਸਰਕਾਰ ਕਹਿੰਦੀ ਹੈ। ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ, ਇੱਕ ਪਾਸੇ ਤਾਂ ਤੁਸੀਂ FIR ਦਰਜ ਕਰਤੀ ਕਿ ਇਹ ਪਰਿਵਾਰਕ ਝਗੜੇ 'ਚ ਤੁਸੀਂ ਮੁਆਵਜ਼ਾ ਕਿਵੇਂ ਦਿਓਗੇ ਜੀ, ਨੌਕਰੀ ਕਿਵੇਂ ਦਊਗਾ? ਜਿਸ ਨੂੰ ਤੁਸੀਂ ਨਹੀਂ ਮੰਨਦੇ ਕਿ ਅਸੀਂ ਨੌਕਰੀ ਦਿੱਤੀ ਹੈ ਨਾ, ਤਾਂ ਤੁਸੀਂ ਮੰਨਦੇ ਹੀ ਨਹੀਂ ਕਿ ਨੌਕਰੀ ਦਿੱਤੀ ਹੈ। ਜੇ ਦਿੱਤੀ ਹੁੰਦੀ ਤੇ ਇਹ ਆਪਦੇ ਕਾਲਜਾਂ 'ਚ ਬੈਠੇ ਹੁੰਦੇ ਜਾ ਕੇ, ਇਹ ਸੜਕਾਂ ਤੇ ਕਿਉਂ ਬੈਠਦੇ? ਜੇ ਤੁਸੀਂ ਮੰਨਦੇ ਹੀ ਨਹੀਂ ਇਹਨਾਂ ਨੂੰ ਪੰਜਾਬ ਦਾ EMPLOYE, ਫਿਰ ਇਹਨਾਂ ਨੂੰ ਨੌਕਰੀ ਕਿਵੇਂ ਦਿਓਗੇ? ਔਰ ਜਿਸ ਬੱਚੀ ਨੂੰ ਹਲੇ ਉਹ ਹੈ ਮਹਿਜ 5 ਸਾਲ ਦੀ, ਉਹਨੂੰ ਨੌਕਰੀ ਕਿਵੇਂ ਦੇ ਦਿਓਗੇ? ਜਦ ਤੱਕ ਉਹਦੀ ਉਮਰ ਹੋਣੀ ਹੈ ਨੌਕਰੀ ਲੈਣ ਵਾਲੀ, ਤੁਸੀਂ ਇਹ ਤਾਂ ਸਾਰੇ ਅਫਸਰ ਰਿਟਾਇਰ ਹੋ ਜਾਣਗੇ ਜਿਹੜਾ ਇਹਨਾਂ ਨੂੰ ਵਿਸ਼ਵਾਸ ਦਿਵਾ ਰਹੇ। ਔਰ ਪਰਿਵਾਰਕ ਝਗੜੇ 'ਚ ਨੌਕਰੀ ਤੁਸੀਂ ਕਿਵੇਂ ਦੇ ਦਿਓਗੇ? 3 ਗੱਲਾਂ, ਨਾ ਤਾਂ ਇਹ ਮੰਨਦੀ ਹੈ ਸਰਕਾਰ
कि 1158 ਅਸੀਂ EMPLOYE कर ਲਏ ਆ। ਜੇ ਕਰ ਲਏ ਹੁੰਦੇ ਤੇ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਹੁੰਦੀਆਂ, ਆਪਦੇ ਸਟੇਸ਼ਨ 'ਚ ਲੱਗੇ ਹੁੰਦੇ, ਫਿਰ ਇਹਨਾਂ ਨੂੰ ਸੜਕ ਤੇ ਬੈਠਣ ਦੀ ਲੋੜ ਕੋਈ ਨਹੀਂ ਸੀ। ਨਾ ਉਹ ਭੈਣ ਬਲਵਿੰਦਰ ਕੌਰ ਨੂੰ ਇਹ ਲਿਖ ਕੇ ਜਾਣ ਦੀ ਲੋੜ ਸੀ ਕਿ ਮੈਂ 3 ਦਸੰਬਰ ਤੋਂ, ਇੱਥੇ ਲਿਖਿਆ ਕਿਉਂਕਿ ਮੈਂ 3 ਦਸੰਬਰ 2021 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰ ਲਿਆ ਸੀ, ਪਰ ਮੈਨੂੰ ਇਸ ਦੇ ਬਾਅਦ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਇਹਦੇ 'ਚ ਕਲੀਅਰਲੀ ਮੈਂਸ਼ਨ ਕਰ ਲਿਆ ਕਿ ਜੇ ਨਿਯੁਕਤੀ ਪੱਤਰ ਤਾਂ ਮਿਲ ਗਿਆ ਮਗਰ ਨੌਕਰੀ ਨਹੀਂ ਮਿਲੀ। ਇਸੇ ਲਈ ਜਿਹਨੂੰ ਤੁਸੀਂ EMPLOYE ਨਹੀਂ ਮੰਨਦੇ, ਫਿਰ ਤੁਸੀਂ ਕਹਿੰਦੇ ਹੋ ਘਰੇਲੂ ਕਲੇਸ਼ ਹੈ, ਬੱਚੀ 5 ਸਾਲ ਦੀ ਨੌਕਰੀ ਕਿਵੇਂ ਦੇਣੀ? ਕਿਉਂ ਸਰਕਾਰ ਇਸ ਤਰੀਕੇ ਦਾ ਝੂਠ ਬੋਲ ਰਹੀ ਹੈ ਇਹਨਾਂ ਨਾਲ? 420 ਕਿਉਂ ਕਰ ਰਹੀ ਹੈ ਇਹਨਾਂ ਨਾਲ? ਫਰਾਡ ਕਿਉਂ ਕਰ ਰਹੀ ਹੈ? ਮੈਂ ਇਸ ਗੱਲ ਤੇ ਹੈਰਾਨ ਹਾਂ। ਮੈਂ ਤਾਂ ਸਮਝਦਾ ਕਿ ਜਿਹੜੇ ਅਫਸਰ ਆ ਕੇ ਇਹ ਜਿਹਾ ਝੂਠ ਬੋਲ ਰਹੇ ਆ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ, ਬਿਕੋਜ਼ ਇਹ ਬੜਾ ਹੀ ਕਲੀਅਰ ਹੈ ਕਿ ਸੁਸਾਈਡ ਤੇ, ਪਰਿਵਾਰਿਕ ਕਲੇਸ਼ ਤੇ ਸਰਕਾਰਾਂ ਨੌਕਰੀ ਨਹੀਂ ਦਿੰਦੀਆਂ, ਕੋਈ ਰੂਲ ਹੀ ਨਹੀਂ ਜਿਸ ਤਹਿਤ ਦੇ ਦੇਣ। ਇਸ ਲਈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਇਕੱਠੇ ਹੋਏ ਹਾਂ। ਪਰਿਵਾਰ ਦੀ ਜਿਹੜੀ ਮੰਗ ਪਹਿਲੇ ਦਿਨ ਸੀ, ਪਰਿਵਾਰ ਇੰਨਾ ਸਟੈਂਡ ਲੈ ਕੇ ਇੱਥੇ ਸਮੁੱਚਾ ਪਰਿਵਾਰ ਬੈਠਿਆ, ਉਹ ਇੱਕ ਗੱਲ ਦੀ ਵਜਿੱਦ ਹੈ ਕਿ ਜੋ ਸੁਸਾਈਡ ਨੋਟ ਤੇ ਲਿਖਿਆ ਉਹ ਲਾਗੂ ਕਰੋ, ਚਾਹੇ ਉਹ 1158 ਦੀ ਗੱਲ ਕੀਤੀ ਹੈ, ਚਾਹੇ ਉਹਨੇ ਜਿਹਨੂੰ ਇਹਦੇ 'ਚ ਜ਼ਿੰਮੇਵਾਰ ਠਹਿਰਾਇਆ। ਔਰ ਦੂਜੀ ਗੱਲ ਉਹ ਕਰਦੇ ਆ ਕਿ ਪਹਿਲਾਂ DDR 'ਚ ਉਸ ਨੂੰ ਨਾਮਜ਼ਦ ਕਰੋ। ਤੀਜੀ ਗੱਲ ਕਿ ਉਹਦਾ ਪੋਸਟਮਾਰਟਮ PGI 'ਚ ਹੋਵੇ, ਨਿਰਪੱਖ ਹੋਵੇ, ਪਾਰਦਰਸ਼ਤਾ ਨਾਲ ਹੋਵੇ। ਇਹ ਲੁਕ ਛਿਪ ਕੇ ਰਾਤ ਦੇ 1 ਵਜੇ 2 ਵਜੇ ਜਦੋਂ ਮੀਟਿੰਗਾਂ ਹੁੰਦੀਆਂ ਨੇ, ਇਹ 'ਚੋਂ ਹੀ ਜਾਪਦਾ ਕਿ ਸਭ ਕੁਝ ਠੀਕ ਨਹੀਂ, ਆਲ ਇਜ਼ ਨਾਟ ਵੈਲ। ਔਰ ਇਸੇ ਕਰਕੇ ਅੱਜ 3:30 4 ਵਜੇ ਤੱਕ ਇਹ ਦੇਖੋ ਸਾਰੇ ਇੱਥੇ ਯੂਨੀਅਨ ਦੇ ਜੀ ਵੀ ਬੈਠੇ ਆ, ਪਰਿਵਾਰ ਵੀ ਬੈਠੇ ਆ, ਹੋਰ ਸੱਜਣ ਵੀ ਆਏ ਆ, ਇਨਸਾਫ ਲਈ ਆਏ ਆ। ਮੈਨੂੰ ਕੋਈ ਆਸ ਨਹੀਂ ਸਰਕਾਰ ਤੋਂ, ਕਿਉਂਕਿ ਸਰਕਾਰ ਦੀ ਜੇ ਮਨਸ਼ਾ ਸਾਫ਼ ਹੁੰਦੀ ਤੇ ਪਹਿਲੇ ਦਿਨ ਹੀ ਹੋ ਜਾਣਾ ਸੀ। 23 ਤਰੀਕ ਨੂੰ 1 ਮਿੰਟ ਲੱਗਦਾ। ਜੇ ਇਹ DDR ਦੀ ਕਾਪੀ ਹੁਣ 48 ਘੰਟਿਆਂ ਬਾਅਦ ਦਿੱਤੀ ਜਾ ਸਕਦੀ ਹੈ ਤੇ ਇਹਦੇ 'ਚ ਹਰਜੋਤ ਬੈਂਸ ਲਿਖਣ ਲਈ ਇਹਨਾਂ ਦੀ ਕੀ ਸਿਆਹੀ ਮੁੱਕ ਜਾਂਦੀ ਹੈ ਕਿ ਅੱਖਰ ਨਹੀਂ ਪੈਂਦੇ ਉਹ, ਕਿਉਂਕਿ ਮਨਸ਼ਾ ਨਹੀਂ ਭਾਜੀ। ਪਰਿਵਾਰ ਜੋ ਚਾਹੁੰਦਾ ਉਹ ਕਰਨ ਦੀ ਮਨਸ਼ਾ ਨਹੀਂ। ਪਰਿਵਾਰ ਨੂੰ ਕੇਵਲ ਤੇ ਕੇਵਲ ਧੋਖੇ 'ਚ ਰੱਖ ਕੇ, ਭੰਬਲ ਪੂਸਾ ਪਾ ਕੇ ਇਹ ਚਾਹੁੰਦੇ ਕਿ ਇਹ ਬਸ ਸੰਸਕਾਰ ਹੋ ਜੇ, ਉਸ ਤੋਂ ਬਾਅਦ ਫਿਰ ਤੁਰੇ ਰਹੇ। ਜਿਵੇਂ ਉਹ ਨਵਦੀਪ ਉਹ ਥਾਣੇਦਾਰ ਦੇ ਮਸਲੇ 'ਚ ਜਸ਼ਨ ਦੇ ਬਜ਼ੁਰਗ, ਮਾਨਵ ਤੇ ਜਸ਼ਨ ਦੇ ਬਜ਼ੁਰਗ ਅੱਜ ਤੱਕ ਹਾਈ ਕੋਰਟ 'ਚ ਜਾ ਕੇ ਉਹਦੀਆਂ ਬੇਲਾਂ ਡਿਸਮਿਸ ਕਰਾ ਰਹੇ, 4-4 5-5 ਲੱਖ ਜਾ ਕੇ ਵਕੀਲਾਂ ਨੂੰ ਉੱਥੇ ਆਪ ਖਰਚ ਰਹੇ। ਸਰਕਾਰ ਕੋਈ ਨਹੀਂ ਪੁੱਛਣ ਆਉਂਦਾ ਉਹਨਾਂ ਨੂੰ। ਮੈਂ ਉਹਨਾਂ ਨਾਲ ਰੋਜ਼ ਗੱਲ ਕਰਦਾ, ਹੁਣ ਵੀ ਮੈਂ ਚਾਹੂੰ ਤਾਂ ਸਵੇਰੇ ਇੱਥੇ ਲਿਆ ਕੇ ਪੇਸ਼ ਕਰ ਦੂੰਗਾ ਕਿ ਭਾਈ ਤੁਹਾਨੂੰ ਕਿਹੜੇ ਵਜ਼ੀਰ ਪੁੱਛਣ ਆਇਆ ਸਰਕਾਰ ਦਾ, ਤੁਹਾਨੂੰ ਕਿਹੜੇ ਅਫਸਰ ਨੇ ਪੁੱਛਿਆ? ਮੁੜ ਕੇ ਕਿਸੇ ਨੇ ਨਹੀਂ ਪੁੱਛਿਆ। ਹੁਣ ਤੁਹਾਡੇ ਕੋਲੇ ਕੀ ਗੱਲ ਪਹੁੰਚੀ ਸੀ ਅੱਧੀ ਰਾਤ ਨੂੰ ਇੱਥੇ? ਦੇਖੋ ਮੇਰੇ ਕੋਲ 2-3 ਗੱਲਾਂ ਆਈਆਂ ਜੀ ਕਿ ਕੁਝ ਲੀਡਰ ਤੇ ਕੁਝ ਅਫਸਰ ਪਰਿਵਾਰ ਨੂੰ ਤੇ ਯੂਨੀਅਨ ਨੂੰ ਕਿੱਥੇ ਪ੍ਰੈਸ਼ਰ ਵੀ ਕਰ ਰਹੇ ਆ ਔਰ ਮਿਸਗਾਈਡ ਵੀ ਕਰ ਰਹੇ। ਮੇਰਾ ਫਰਜ਼ ਹੈ ਕਿ ਸਾਰੇ ਤੱਥ ਸਾਹਮਣੇ ਰੱਖਣੇ। ਫੈਸਲਾ ਅਖੀਰ 'ਚ ਠੀਕ ਹੈ ਪਰਿਵਾਰ ਦਾ, ਉੱਥੇ ਯੂਨੀਅਨ ਦਾ ਆਪ ਦਾ ਫੈਸਲਾ ਹੈ। ਜੋ ਸੰਘਰਸ਼ ਕਰਨਗੇ ਅਸੀਂ ਤਾਂ ਇਹਨਾਂ ਦਾ ਸਾਥ ਦੇਵਾਂਗੇ, ਮਗਰ ਇਹਨਾਂ ਨਾਲ ਧੋਖਾ ਹੋ ਰਿਹਾ ਔਰ ਇਸ ਧੋਖੇਧੜੀ ਬਾਰੇ ਇਹਨਾਂ ਨੂੰ ਸੁਚੇਤ ਕਰਾਉਣਾ, ਜਾਣੂ ਕਰਾਉਣਾ ਸਾਡਾ ਫਰਜ਼ ਹੈ, ਕਿਉਂਕਿ ਅਸੀਂ ਪਹਿਲੇ ਦਿਨ ਤੋਂ ਇਹ ਹਮਦਰਦੀ ਦੇ ਤੌਰ ਤੇ ਇਸ ਬੇਟੀ ਨਾਲ, ਸਾਡੀ ਭੈਣ ਨਾਲ ਜੁੜੇ ਆ। ਔਰ ਜੋ ਇਹਦੀ ਅਖੀਰਲੀ ਲਿਖਤ ਹੈ, ਜੋ ਡਾਈਂਗ ਡੈਕਲੇਰੇਸ਼ਨ ਹੈ, ਜੋ ਮਰਨ ਤੋਂ ਪਹਿਲਾਂ ਉਹ ਲਿਖ ਕੇ ਗਈ ਹੈ, ਮੈਂ ਸਮਝਦਾ ਉਸ ਗੱਲ ਨੂੰ ਲਾਗੂ ਕਰਾਉਣਾ ਸਾਰੇ ਪੰਜਾਬੀਆਂ ਦਾ, ਤੁਹਾਡਾ ਮੇਰਾ ਸਭ ਦਾ ਫਰਜ਼ ਹੈ। ਉਹਦੇ ਵਾਸਤੇ ਅੱਜ ਇੱਥੇ ਆਉਣਾ ਪਿਆ, ਨਹੀਂ ਤਾਂ ਕੌਣ ਆਉਂਦਾ ਜੀ 3:30 ਵਜੇ ਸਵੇਰੇ, ਜਦੋਂ ਸਰਕਾਰ ਇਹ ਹਾਲਾਤ ਬਣਾ ਰਹੀ ਹੈ। ਨਹੀਂ ਤਾਂ ਮੈਂ ਫੇਰ ਰਿਪੀਟ ਬਾਰ-ਬਾਰ ਕਰ ਰਿਹਾ, ਬੜਾ ਸਿੰਪਲ ਕੰਮ ਹੈ। ਜੋ ਪਰਿਵਾਰ ਦੀ ਮੰਗ ਹੈ, ਜੋ ਯੂਨੀਅਨ ਦੀ ਮੰਗ ਹੈ, ਉਹ 2 ਮਿੰਟ ਲੱਗਦੇ ਆ। ਸੁਸਾਈਡ ਨੋਟ ਨੂੰ ਔਨ ਰਿਕਾਰਡ ਲਓ। ਸੁਸਾਈਡ ਨੋਟ 'ਚ ਜਿਹਦਾ ਨਾਂ ਲਿਖਿਆ, ਜਿਹਦੇ ਕਰਕੇ ਉਹਨੇ ਸੁਸਾਈਡ ਕੀਤਾ, ਉਹਦਾ ਨਾਂ ਦਰਜ ਕਰੋ ਤੇ ਲੋਕੀ ਘਰ ਨੂੰ ਜਾਣ, ਤੁਹਾਡਾ ਧੰਨਵਾਦ ਕਰਨ। ਮਗਰ ਸਰਕਾਰ ਕਰਕੇ ਰਾਜੀ ਨਹੀਂ। ਰਾਤ ਦੇ ਹਨੇਰੇ ਮੀਟਿੰਗ, ਕਦੇ ਇੱਧਰ ਆ ਜਾਓ, ਕੋਈ 4 ਬੰਦੇ ਉੱਧਰ ਚਲੇ ਜਾਓ।
ਸਾਹਮਣੇ ਕਿਉਂ ਨਹੀਂ ਕਰਦੇ? ਪਬਲਿਕ ਰਿਕਾਰਡ ਬਣੇ। ਆ ਡੀਡੀਆਰ 'ਚ ਮੈਨੂੰ ਐਸਐਸਪੀ ਸਾਹਿਬ, ਆਈਜੀ ਸਾਹਿਬ, ਡੀਜੀਪੀ ਸਾਹਿਬ, ਇਹਨਾਂ ਦੇ ਜਿੰਨੇ ਸਾਹਿਬ ਨੇ ਸਾਰੇ ਇਕੱਠੇ ਹੋ ਕੇ ਦਿਖਾ ਦੇਣ ਕਿ ਸੁਸਾਈਡ ਨੋਟ ਤੇ ਜਿਹੜਾ ਨਾਂ ਲਿਖਿਆ ਹਰਜੋਤ ਬੈਂਸ ਦਾ ਉਹ ਕਿੱਥੇ ਹੈ। ਮਤਲਬ ਕਿ ਉਹਨੂੰ ਅਕਿਊਜ਼ਡ ਮੁਜਰਮ ਨਹੀਂ ਬਣਾਇਆ, ਔਰ ਇਹੀ ਮੰਗ ਹੈ ਪਰਿਵਾਰ ਦੀ।